ਭਗਤ ਗੁਰੂ ਅਮਰਦਾਸ ਹਿਰਦੈ ਤਿਆਗੋ ਜੀ, ਹਿਰਦੈ ਤਿਆਗੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜੁਨ ਬਿਗਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ੍ਰੀ ਹਰਗੋਬਿੰਦ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਜੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹਾਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਧਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤਿਲ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸੇ ਚਰਨਨ ਭਗਤਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਕਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਧੁਪ ਮਨਿੰਦ ਆਨੰਦ ਮਕਰੰਦ। ਤਜਿਓ ਨ ਪਾਸ ਮੁਕੰਦ ਬਿਲੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜੂਰ ਜੁੜ ਮਿਲ ਕੇ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀ। ਜਿਨਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਜਿਨ੍ਹਾਂ ਤੇ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੈ, ਉਹ ਗੁਰੂ ਦੀ ਕਿਰਪਾ ਦੇ ਨਾਲ ਸੰਧਿਆਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਨੇ। ਆਪ ਜੀ ਨੇ ਸੋਦਰ ਰਹਿਰਾਸ ਸਾਹਿਬ ਜੀ ਦੀ ਚੌਂਕੀ ਤੋਂ ਉਪਰੰਤ ਸ਼੍ਰੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕੀਤੇ ਨੇ। ਆਓ ਹੁਣ ਪ੍ਰੇਮ ਦੇ ਨਾਲ ਗੁਰਬਾਣੀ ਦੀ ਕਥਾ ਸਰਵਣ ਕਰੀਏ। ਜਿਸ ਤਰ੍ਹਾਂ ਕੱਲ ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ ਤੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਬਾਬਾ ਬੁੱਢਾ ਜੀ ਵੱਲੋਂ ਕੀਤੇ ਪਰਉਪਕਾਰਾਂ ਦੀ ਕੁਝ ਕੁ ਸੂਚੀ ਦੱਸੀ ਹੈ। ਆਓ ਬਾਬਾ ਬੁੱਢਾ ਜੀ ਦੇ, ਗੁਰੂ ਅੰਗਦ ਦੇਵ ਮਹਾਰਾਜ ਦਾ ਇਤਿਹਾਸ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਚ ਸਰਵਣ ਕਰੀਏ। ਮਨ ਚਿਤ ਬਿਰਤੀਆਂ ਇਕਾਗਰ ਕਰਕੇ ਆਖਣਾ ਕਰੀਏ ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਲਗੀ ਜਗਾ ਜਰਾਉਣ ਜਰੀ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਨੇ ਲਾਇਆ, ਜਿਨ੍ਹਾਂ ਦੇ ਸੀਸ ਦੇ ਉੱਤੇ ਕਲਗੀ ਸ਼ੋਭਦੀ ਹੈ। ਇਨ ਤੇ ਲੈ ਸਤਿਗੁਰ ਸਿਰ ਤਰੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਦੇ ਉੱਤੇ ਵੀ ਕਲਗੀ ਲਗਾਉਣ ਵਾਲੇ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਚੋਂ ਸੀਗੇ। ਆਯੁਧ ਦਇ ਆਦ ਸ਼ਮਸੇ ਗਲੇ। ਤੇ ਬਾਬਾ ਬੁੱਢਾ ਜੀ ਦੀ ਸੰਪਰਦਾ ਚੋਂ, ਉਹਨਾਂ ਦੇ ਪਰਿਵਾਰ ਚੋਂ ਇਹ ਰੀਤ ਰਹੀ ਹੈ ਕਿ ਕਲਗੀ ਦੇਣੀ, ਮੱਥੇ ਤੇ ਦਸਤਾਰ ਤੇ ਕਲਗੀ ਸਜਾਉਣੀ, ਮੱਥੇ ਤੇ ਤਿਲਕ ਲਾਉਣਾ, ਕਿਰਪਾਨ ਭੇਟਾ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ,
ਉਹਨਾਂ ਨੂੰ ਤਖਤ ਤੇ ਬਿਠਾ ਕੇ ਮੱਥਾ ਟੇਕਣਾ। ਕਰ ਤਾਰੇ ਗੁਰ ਸ਼ਮਸ਼ੇਰ। ਤੇ ਗੁਰੂ ਸਾਹਿਬ ਮਹਾਰਾਜ ਜੀ ਦੇ ਹੱਥ ਦੇ ਅੰਦਰ ਸ਼ਮਸ਼ੇਰ ਕਿਰਪਾਨ ਫੜਾ ਕੇ 10 ਪਾਤਸ਼ਾਹੀਨ ਕੇ ਨਿਤ ਸੰਗੀ। ਬਾਬਾ ਬੁੱਢਾ ਜੀ 10 ਪਾਤਸ਼ਾਹੀਆਂ ਦੇ ਅੰਗ ਸੰਗ ਰਹੇ। ਬਾਬਾ ਬੁੱਢਾ ਜੀ 6ਵੀਂ ਜੋਤ ਗੁਰੂ ਹਰਗੋਬਿੰਦ ਸਾਹਿਬ ਤੱਕ, ਉਪਰੰਤ ਬਾਬਾ ਬੁੱਢਾ ਜੀ ਦੀ ਪੰਚਵੰਸ਼ ਚੋਂ ਭਾਈ ਭਾਨਾ ਜੀ, ਬਾਬਾ ਰਾਮ ਕੁਏਰ ਜੀ, ਹੋਰ ਉਹਨਾਂ ਦੀ ਅੰਸ਼ ਵੰਸ਼ ਤੋਂ ਬੇਅੰਤ ਉਹਨਾਂ ਦੇ ਬ੍ਰਹਮ ਗਿਆਨੀ ਸਿੱਖ, ਉਹ ਗੁਰੂ ਸਾਹਿਬਾਂ ਦੇ ਨਾਲ ਅੰਗ ਸੰਗ ਹੋਏ ਨੇ। ਸਤਿਗੁਰ ਕ੍ਰਿਤ ਕੋ ਚਿਤ ਚਹਿ ਚੰਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਵੀ ਕਿਰਤ ਕੀਤੀ ਹੈ, ਉਹਨੂੰ ਬਾਬਾ ਬੁੱਢਾ ਜੀ ਨੇ ਮਨ ਦੇ ਅੰਦਰ ਚੰਗਾ ਕਰਕੇ ਹੀ ਮੰਨਿਆ। ਗੁਰ ਕਹੈ ਸੁਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਬਾਬਾ ਬੁੱਢਾ ਜੀ ਨੇ ਗੁਰੂ ਦੀ ਕਾਰ ਨੂੰ, ਗੁਰੂ ਦੀ ਕਿਰਤ ਨੂੰ ਹਮੇਸ਼ਾ ਮੱਥਾ ਟੇਕਿਆ, ਭਲਾ ਕਰਕੇ ਮੰਨਿਆ ਬਾਬਾ ਬੁੱਢਾ ਜੀ ਨੇ। ਜਗ ਮਹਿ ਬਹੁ ਸਿੱਖੀ ਵਿਸਤਾਰੀ। ਬਾਬਾ ਬੁੱਢਾ ਜੀ ਨੇ ਜਗ ਦੇ ਅੰਦਰ ਸਿੱਖੀ ਦਾ ਵਿਸਤਾਰ ਕੀਤਾ ਹੈ, ਗੁਰੂ ਕੇ ਸਿੱਖਾਂ ਨੂੰ ਬਾਣੀ ਪੜ੍ਹਾਈ ਹੈ, ਸ਼ਸਤਰ ਵਿਦਿਆ ਦਿੱਤੀ ਹੈ, ਸੇਵਾ ਦੇ ਨਾਲ ਜੋੜਿਆ ਹੈ। ਅਨੇਕ ਨਰਨ ਕਹੋ ਕੀਨ ਉਧਾਰੀ। ਅਨੇਕ ਹੀ ਨਰਾਂ ਦਾ ਉਧਾਰ ਕੀਤਾ ਹੈ, ਗੁਰੂ ਦੀ ਬਾਣੀ ਪੜ੍ਹਾ ਕੇ, ਵਾਹਿਗੁਰੂ 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 ਮੰਤਰ ਜਪਵਾ ਕੇ, ਸੇਵਾ ਕਰਦਿਆਂ ਗੁਰਮੰਤਰ ਦੇ ਅੰਦਰ ਮਨ ਜੋੜ ਕੇ ਬਾਬਾ ਬੁੱਢਾ ਜੀ ਨੇ ਬੇਅੰਤ ਸਿੱਖਾਂ ਦਾ ਉਧਾਰ ਕੀਤਾ ਹੈ। ਜਥਾ ਚੱਕਰ ਵੈ ਅਧਿਪਤ ਆਗੇ। ਜਿਸ ਤਰ੍ਹਾਂ ਇੱਕ ਚੱਕਰਵਰਤੀ ਰਾਜੇ ਦੇ ਅੱਗੇ ਪਿੱਛੇ, ਮੰਤਰੀ ਰਹਿ ਸੁਮਤ ਮਹਿ ਲਾਗੇ। ਬਹੁਤ ਸਾਰੇ ਮੰਤਰੀ ਜੋ ਕਿ ਗਿਆਨਵਾਨ ਹੁੰਦੇ ਨੇ, ਬਹੁਤ ਫੌਜ ਉਹਨਾਂ ਦੇ ਆਖੇ ਲੱਗਦੀ ਹੈ। ਜਿਮ ਸਤਿਗੁਰ ਘਰ ਕੇ ਇਹ ਪਏ। ਜਿਸ ਤਰ੍ਹਾਂ ਉਹ ਸਿਆਣੇ ਮੰਤਰੀਆਂ ਨੂੰ ਰਾਜਾ ਆਪਣੇ ਨਾਲ ਰੱਖਦਾ ਹੈ ਤੇ ਔਖੇ ਵੇਲੇ ਸੌਖੇ ਵੇਲੇ ਰਾਜਾ ਉਹਨਾਂ ਤੋਂ ਸਲਾਹ ਲੈਂਦਾ ਹੈ, ਉਸੇ ਤਰ੍ਹਾਂ ਗੁਰੂ ਸੱਚੇ ਪਾਤਸ਼ਾਹ 6 ਜੋਤਾਂ ਤੱਕ ਬਾਬਾ ਬੁੱਢਾ ਜੀ ਨੂੰ ਨਾਲ ਰੱਖਦੇ ਰਹੇ। ਬਾਬਾ ਬੁੱਢਾ ਜੀ ਜਦ ਤੱਕ ਸਰੀਰ ਰੂਪ ਦੇ ਅੰਦਰ ਰਹੇ, ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਮਹਾਰਾਜ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਜੀ ਦੀ ਸਲਾਹ ਤੋਂ ਬਿਨਾਂ ਕੋਈ ਕਾਜ ਨਹੀਂ ਕਰਦੇ ਸੀ। ਅਤਿ ਸ਼ੋਭਾ ਸਿੱਖੀ ਕਹੋ ਦਏ। ਬਾਬਾ ਬੁੱਢਾ ਜੀ ਨੇ ਸਿੱਖਾਂ ਦੀ ਸ਼ੋਭਾ ਬਹੁਤ ਵਧਾ ਦਿੱਤੀ। ਬਾਬਾ ਬੁੱਢਾ ਜੀ ਉਹ ਗੁਰਸਿੱਖ ਹੋਏ ਨੇ ਜਿਨ੍ਹਾਂ ਦਾ ਬਚਨ ਕਦੇ ਖਾਲੀ ਨਹੀਂ ਗਿਆ। ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕਸ਼ਮੀਰ, ਧੰਨੀਖੇ, ਬਲਖ, ਬੁਖਾਰਾ, ਅਫਗਾਨਿਸਤਾਨ, ਬਹੁਤ ਦੂਰ ਦੂਰ ਤੱਕ ਸਿੱਖੀ ਦਾ ਪ੍ਰਚਾਰ ਕੀਤਾ। ਸਤਿਗੁਣ ਕੇ ਇਹ ਕੋਸ਼ ਵਿਸਾਲੇ। ਕਰੋੜਾਂ ਹੀ ਗੁਣਾ ਸੰਪੰਨ ਬਾਬਾ ਬੁੱਢਾ ਜੀ ਸਨ। ਗੁਰਬਾਣੀ ਦਾ ਕੋਸ਼ ਉਹਨਾਂ ਨੂੰ ਕਿਹਾ ਜਾਂਦਾ ਸੀ। ਕੋਈ ਵੀ ਗੁਰਸਿੱਖ ਨੇ ਅਰਥ ਪੁੱਛਣੇ ਹੁੰਦੇ ਸੀ, ਉਹ ਬਾਬਾ ਬੁੱਢਾ ਜੀ ਨੂੰ ਪੁੱਛਦੇ ਸੀ। ਬਾਬਾ ਬੁੱਢਾ ਜੀ ਸਿੱਖੀ ਦੇ ਧੁਰੰਦਰ ਇੱਕ ਸਤੰਭ ਨੇ। ਪੇ ਪ੍ਰਾਪਤ ਜੋ ਇਨ ਮਗ ਚਾਲੇ। ਜਿਹੜਾ ਵੀ ਬਾਬਾ ਬੁੱਢਾ ਜੀ ਦੇ ਰਸਤੇ ਤੇ ਚੱਲਿਆ, ਜੋ ਗੁਰਮਤ ਦਾ ਮਾਰਗ ਹੈ, ਜੋ ਗੁਰੂ ਨੇ ਦੱਸਿਆ ਮਾਰਗ ਹੈ, ਉਸ ਤੇ ਚੱਲਿਆ ਹੈ। ਸ੍ਰੀ ਸਤਿਗੁਰ ਦਸਵੇਂ ਪਾਤਸ਼ਾਹੂ। 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਜੀ। ਗਮਨ ਕੀਨ ਜਬ ਸੱਚਖੰਡ ਮਾਹੂ। ਜਦੋਂ ਸੱਚੇ ਪਾਤਸ਼ਾਹ ਸੱਚਖੰਡ ਨੂੰ ਗਏ ਨੇ, ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ 1708 ਨੂੰ ਪਾਤਸ਼ਾਹ ਜੋਤੀ ਜੋਤ ਸਮਾਏ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੂਜ ਨੂੰ ਜੋਤੀ ਜੋਤ ਸਮਾਏ ਸੀਗੇ, ਕਿਉਂਕਿ ਦੀਵਾਲੀ ਤੋਂ ਦੂਜ ਵਾਲੇ ਦਿਨ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਨੂੰ, ਤੇ ਪੰਚਮੀ ਵਾਲੇ ਦਿਨ ਪਾਤਸ਼ਾਹ ਜੋਤੀ ਜੋਤ ਸਮਾਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗੇ ਹਜ਼ੂਰ ਸਾਹਿਬ ਦੀ ਧਰਤੀ ਤੇ, ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕ ਕੇ 5 ਪੈਸੇ ਨਾਰੀਏਲ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਹਾ, ਖਾਲਸਾ ਜੀ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਤੇ ਜਦੋਂ ਕਲਗੀਧਰ ਪਾਤਸ਼ਾਹ ਜੋਤੀ ਜੋਤ ਸਮਾਏ ਨੇ, ਉਸ ਤੋਂ ਬਾਅਦ ਪੰਥ ਖਾਲਸਾ ਉਤਪਤ ਕਰ ਕੈ। ਸੱਚੇ ਪਾਤਸ਼ਾਹ ਮਹਾਰਾਜ ਨੇ ਆਨੰਦਪੁਰ ਦੀ ਧਰਤੀ ਤੇ ਵੱਡੇ ਵੱਡੇ ਕਾਜ ਪਹਿਲਾਂ ਹੀ ਕਰ ਦਿੱਤੇ ਸੀ। ਸਭ ਤੋਂ ਵੱਡਾ ਕਾਜ ਮਹਾਰਾਜ ਨੇ ਕੀਤਾ 1699 ਦੀ ਵਿਸਾਖੀ ਤੇ ਖਾਲਸਾ ਸਾਜਿਆ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਖਮ ਸਿੰਘ ਜੀ, ਪੰਜਾਂ ਨੂੰ ਪਿਆਰਾ ਬਣਾ ਕੇ ਆਪਣੇ ਸੀਨੇ ਨਾਲ ਲਾ ਕੇ ਅੰਮ੍ਰਿਤ ਦੀ ਦਾਤ ਦਿੱਤੀ
ਤੇ ਅੱਜ ਤੱਕ ਜੋ ਕਿਸੇ ਹੋਰ ਅਵਤਾਰ ਨੇ ਨਹੀਂ ਕੀਤਾ। ਆਪ ਪਾਤਸ਼ਾਹ ਗੋਡਿਆਂ ਭਾਰ ਹੋ ਕੇ ਪਿਆਰੇ ਭਾਈ ਧਰਮ ਸਿੰਘ ਜੀ ਇਤਿਆਦ ਪੰਜਾਂ ਸਿੱਖਾਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਖਾਲਸਾ ਅਕਾਲ ਪੁਰਖ ਦੀ ਫੌਜ ਸਾਜੀ ਸੀ। ਰਾਜ ਤੇਜ ਕੋ ਛਤਰ ਸੁਧਰ ਕੈ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਧਰਤੀ ਦੇ ਉੱਤੇ ਛਤਰੀ ਰਾਜ ਦੀ ਨੀਂਹ ਰੱਖ ਦਿੱਤੀ। ਛਤਰੀ ਰਾਜ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸਾਜ ਦਿੱਤਾ। ਤੁਰਕ ਤੇਜ ਦ੍ਰਿੜ ਤਰੁ ਉਖਾਰਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੁਰਕਾਂ ਦੀ ਜੜ ਪੁੱਟ ਦਿੱਤੀ। ਜਦੋਂ ਨੂਰਾ ਮਾਹੀ ਨੇ ਆ ਕੇ ਕਿਹਾ, ਮਹਾਰਾਜ ਤੁਹਾਡੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਸਰਹੰਦ ਦੇ ਅੰਦਰ ਬਹੁਤ ਬੇਰਹਿਮੀ ਨਾਲ ਕਤਲ ਕੀਤੇ ਗਏ ਨੇ। ਪਾਤਸ਼ਾਹ ਦੇ ਹੱਥ ਦੇ ਅੰਦਰ ਕਈ ਦਾ ਬੂਟਾ ਸੀ। ਰਾਏ ਕੱਲੇ ਦੇ ਕੋਲ ਖੜੇ ਮਹਾਰਾਜ ਨਾਲ ਸਾਖੀ ਸੁਣੀ ਜਾਂਦੇ ਨੇ ਤੇ ਨਾਲ ਉਸ ਕਈ ਦੇ ਬੂਟੇ ਦੇ ਉੱਤੇ ਜੜ ਦੇ ਅੰਦਰ ਆਪਣਾ ਖੱਪਰਾ ਤੀਰ ਮਾਰੀ ਜਾਂਦੇ ਨੇ। ਤੇ ਜਦੋਂ ਸਾਖੀ ਸੁਣਾ ਰਿਹਾ ਸੀ ਨੂਰਾ ਮਾਹੀ, ਜਦੋਂ ਉਹਨਾਂ ਨੇ ਦੱਸਿਆ ਕਿ ਤੁਹਾਡੀ ਮਾਤਾ ਗੁਜਰੀ ਜੀ ਵੀ ਚੜ੍ਹਾਈ ਕਰ ਗਏ ਨੇ, ਤੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਦੇ ਨਾਲ ਉਹ ਕਈ ਦਾ ਬੂਟਾ ਪੱਟ ਕੇ ਸੁੱਟ ਦਿੱਤਾ ਤੇ ਬਚਨ ਕੀਤੇ, ਕਹਿੰਦੇ ਤੁਰਕਾਂ ਦੀ ਜੜ ਪੱਟ ਦਿੱਤੀ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਔਰੰਗਜ਼ੇਬ ਨੂੰ ਜਿੱਤ ਦੀ ਚਿੱਠੀ ਸ੍ਰੀ ਜਫਰਨਾਮਾ ਸਾਹਿਬ ਦੀਨੇ ਕਾਂਗੜ ਤੋਂ ਲਿਖ ਕੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਦੇ ਹੱਥ ਭੇਜਿਆ ਤੇ ਉਹ ਪਾਵਨ ਪਵਿੱਤਰ ਹੁਕਮਨਾਮਾ ਜੋ ਜਿੱਤ ਦੀ ਚਿੱਠੀ ਸੀਗੀ, ਜਿਸ ਦੇ ਅੰਦਰ 11 ਹਕਾਇਤਾਂ ਇੱਕ ਦਾਸਤਾਨ ਲਿਖੀ ਸੀ, ਉਹ ਪੜ੍ਹ ਕੇ ਔਰੰਗਜ਼ੇਬ ਦੀ ਮੌਤ ਹੋਈ। ਹਿੰਦ ਧਰਮ ਰੱਖਿਓ ਪ੍ਰਤਿਪਾਰਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਮਹਾਨ ਕਵੀ ਜੀ ਨੇ ਲਿਖਿਆ ਹੈ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਨਤ ਹੋਤੀ ਸਭ ਕੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਧਰਤੀ ਤੇ ਨਾ ਹੁੰਦੇ ਤੇ ਸਾਰੇ ਸੰਸਾਰ ਤੇ ਅੱਲਾਹੂ ਹੋਣਾ ਸੀ। ਤੁਹਾਡੀ ਕਿਰਪਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਅੱਜ ਸਿੱਖਾਂ ਦੇ ਜੋ ਨਿਸ਼ਾਨ ਝੂਲਦੇ ਨੇ ਗੁਰਦੁਆਰਿਆਂ 'ਚ, ਲੰਗਰ ਚੱਲਦੇ ਨੇ, ਗੁਰੂ ਕੇ ਸਿੱਖ ਕਿਰਤ ਕਰਦੇ ਨੇ, ਆਪਣੇ ਪਰਿਵਾਰ ਦੀ ਪਾਲਣਾ ਕਰਦੇ ਨੇ, ਤੁਹਾਡੀ ਕਿਰਪਾ ਸਦਕਾ ਕਰਦੇ ਨੇ। ਭਾਈ ਰਾਮ ਕੋਇਰ ਤਬ ਰਹੇ। ਬਾਬਾ ਬੁੱਢਾ ਜੀ ਦੀ ਅੰਸ਼ ਬੰਸ਼ ਚੋਂ ਬਾਬਾ ਰਾਮ ਕੋਇਰ ਜੀ ਹੋਏ ਨੇ, ਜੋ ਕਿ ਕਲਗੀਧਰ ਪਾਤਸ਼ਾਹ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ। ਰਾਮਦਾਸ ਕੇ ਗ੍ਰਾਮ ਜੁਲਹੇ। ਉਹ ਰਮਦਾਸ ਨਗਰ ਦੇ ਅੰਦਰ ਰਹਿੰਦੇ ਸੀਗੇ ਤੇ ਬਾਬਾ ਬੁੱਢਾ ਜੀ ਦੀ ਸੇਵਾ ਦੇ ਅੰਦਰ ਉਹਨਾਂ ਦੀ ਅੰਸ਼ ਬੰਸ਼ ਗੁਰੂ ਦੀ ਸੇਵਾ ਦੇ ਅੰਦਰ ਤਤਪਰ ਰਹੀ। ਤਹਾਂ ਬਿਰਾਜਤ ਦਿਵਸ ਬਿਤਾਏ। ਉੱਥੇ ਦਿਵਸ ਬਿਤਾ ਕੇ ਉੱਥੇ ਬਾਬਾ ਬੁੱਢਾ ਜੀ ਨੇ ਦਿਨ ਰਾਤ ਸੇਵਾ ਕਰਕੇ ਆਪਣਾ ਜੀਵਨ ਬਤੀਤ ਕੀਤਾ ਰਮਦਾਸ ਨਗਰ ਵਿੱਚ। ਕੇਤਿਕ ਸਿੰਘ ਤਿਨਹੁ ਢਿਗ ਆਏ। ਕਿੰਨੇ ਕੁ ਸਿੰਘ ਰਮਦਾਸ ਨਗਰ ਹਜੂਰ ਸਾਹਿਬ ਤੋਂ ਇਕੱਠੇ ਹੋ ਕੇ ਬਾਬਾ ਬੁੱਢਾ ਜੀ ਦੀ ਅੰਸ਼ ਬੰਸ਼ ਬਾਬਾ ਰਾਮ ਕੋਇਰ ਜੀ ਕੋ ਰਮਦਾਸ ਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕੋਲ ਆਏ ਤੇ ਆ ਕੇ ਬੇਨਤੀ ਕੀਤੀ। ਸਾਹਿਬ ਸਿੰਘ ਆਦਿਕ ਬੁੱਧੀਵਾਨ। ਜਿਨ੍ਹਾਂ ਚੋਂ ਸਾਹਿਬ ਸਿੰਘ ਲਖਾਰੀ ਸੀਗੇ। ਸਾਹਿਬ ਸਿੰਘ ਲਖਾਰੀ ਖਾਲਸਾ ਜੀ ਉਹ ਹੋਏ ਨੇ ਜਦੋਂ ਹਜੂਰ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਸਰੀਰ ਰੂਪ ਵਿੱਚ ਸਨ, ਤਦੋਂ ਭਾਈ ਸਾਹਿਬ ਸਿੰਘ ਜੀ ਗੁਰੂ ਸਾਹਿਬ ਮਹਾਰਾਜ ਦਾ ਇਤਿਹਾਸ ਲਿਖਿਆ ਕਰਦੇ ਸਨ ਤੇ ਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖਿਆ ਕਰਦੇ ਸਨ, ਪੋਥੀਆਂ ਤਿਆਰ ਕਰਿਆ ਕਰਦੇ ਸਨ। ਭਾਈ ਸਾਹਿਬ ਸਿੰਘ ਤੇ ਕੁਝ ਕੁ ਸਿੰਘ ਤਿਆਰ ਹੋ ਕੇ ਨੀਲੇ ਬਾਣਿਆਂ ਦੇ ਅੰਦਰ ਸ਼੍ਰੀ ਰਮਦਾਸ ਦੀ ਧਰਤੀ ਤੇ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆ ਕੇ ਬਾਬਾ ਰਾਮ ਕੋਇਰ ਜੀ ਨੂੰ ਮਿਲਦੇ ਨੇ। ਜਿਨ ਕੇ ਸਤਿਗੁਰ ਪਦ ਕੋ ਧਿਆਨ। ਜਿਨ੍ਹਾਂ ਦਾ ਧਿਆਨ ਸਤਿਗੁਰਾਂ ਦੇ ਚਰਨਾਂ ਦੇ ਅੰਦਰ ਜੁੜਿਆ ਹੋਇਆ ਸੀ। ਵਾਹਿਗੁਰੂ 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 ਸ਼ਬਦ ਜਪਦੇ ਸੀ। ਗੁਰ ਕਾ ਸ਼ਬਦ ਮੰਤਰ ਮਨ ਮਾਨ। ਉਹ ਆਪਣੇ ਮਨ ਦੇ ਅੰਦਰ ਗੁਰੂ ਦੇ ਸ਼ਬਦ ਨੂੰ ਹੀ ਜਪਦੇ ਸੀ ਦਿਨ ਰਾਤ। ਕਥਾ ਗੁਰਨ ਕੀ ਸੁਨਦੇ ਚਾਹਤ। ਉਹ ਸਾਰੇ ਸਿੰਘ ਇਕੱਠੇ ਹੋ ਕੇ ਆਏ। ਉਹਨਾਂ ਨੇ ਕਿਹਾ, ਬਾਬਾ ਰਾਮ ਕੋਇਰ ਜੀ, ਆਪ ਜੀ ਬ੍ਰਹਮ ਗਿਆਨੀ ਸਿੱਖ ਹੋ, ਬਾਬਾ ਬੁੱਢਾ ਜੀ ਦੀ ਅੰਸ਼ ਬੰਸ਼ ਚੋਂ। ਸਾਡੀ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਦੇ ਅੰਦਰ ਕਿ ਆਪ ਜੀ 10ਵੇਂ ਪਾਤਸ਼ਾਹ ਦੇ ਨਾਲ ਰਹੇ ਹੋ ਤੇ ਇਤਿਹਾਸ ਦੇ ਜਾਣੂ ਹੋ। ਹੁਣ 10ਵੇਂ ਪਾਤਸ਼ਾਹ ਦਾ ਜੋਤੀ ਜੋਤ ਸਮਾ ਗਏ ਨੇ, ਪਰ ਇੱਕ ਕਿਰਪਾ ਕਰੋ ਸਾਨੂੰ ਗੁਰੂ ਦਾ ਇਤਿਹਾਸ ਸੁਣਾ ਦਿਓ।
ਸੁਨ ਸੁਨ ਗਿਆਨ ਗੁਣ ਕੋਰ ਦਾ ਉਮਾਹਤ। ਤੇ ਜਿਵੇਂ ਆਪ ਜੀ ਸਾਨੂੰ ਇਤਿਹਾਸ ਸੁਣਾਓਗੇ, ਉਹ ਗੁਰੂ ਦੇ ਗਿਆਨ ਦੀ, ਗੁਰੂ ਦੇ ਅੰਮ੍ਰਿਤ ਨਾਮ ਦੀ ਵਰਖਾ ਸਾਡੇ ਹਿਰਦੇ 'ਚ ਹੋਵੇਗੀ ਤੇ ਸਾਡਾ ਹਿਰਦਾ ਵੀ ਪ੍ਰਸੰਨ ਹੋ ਜਾਵੇਗਾ। ਸ੍ਰੀ ਗੁਰੂ ਬਖਸ਼ ਸਿੰਘ ਕੇ ਪਾਸ। ਤੇ ਬਾਬਾ ਰਾਮ ਕੁਏਰ ਜੀ, ਜਿਨ੍ਹਾਂ ਦਾ ਨਾਮ ਅੰਮ੍ਰਿਤ ਛਕ ਕੇ ਬਾਬਾ ਗੁਰਬਖਸ਼ ਹੋਇਆ, ਉਹ ਜੀ ਸਾਰੇ ਸਿੱਖ ਇਕੱਠੇ ਹੋ ਕੇ ਆਏ। ਸਭ ਸਿੰਘਨ ਕੀ ਨਸ ਅਰਦਾਸ। ਸਾਰੇ ਸਿੰਘਾਂ ਨੇ ਜਦੋਂ ਮਿਲ ਕੇ ਅਰਦਾਸ ਕੀਤੀ, 5 ਸਿੰਘ ਖੜੇ ਹੋ ਕੇ, ਤੇ ਬਾਬਾ ਬੁੱਢਾ ਜੀ ਦੀ ਅੰਸ਼ ਬੰਸ਼ ਚੋਂ ਬਾਬਾ ਰਾਮ ਕੁਏਰ ਜੀ ਬਚਨ ਮੋੜ ਨਾ ਸਕੇ। ਮਹਿਤ ਪ੍ਰਸੰਗ ਗੁਰਨ ਕੇ ਜੇਤੇ। ਤੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸੁਣਾਉਣ ਦੇ ਲਈ ਹਾਂ ਕਰ ਦਿੱਤੀ ਤੇ ਪ੍ਰਸੰਗ ਸੁਣਾ ਕੇ ਆਪਣੇ ਮਨ ਨੂੰ ਖੁਸ਼ ਕਰਦੇ ਨੇ ਗੁਰੂ ਤੇ। ਕਰ ਨਾ ਕਰ ਹੋ ਉਚਾਰ ਹੋ ਤੇਤੇ। ਤੇ ਬਾਬਾ ਰਾਮ ਕੁਏਰ ਜੀ ਕਿਰਪਾ ਕੀਤੀ, ਕਿਰਪਾ ਦੇ ਘਰ ਚ ਆ ਕੇ ਕਰੁਣਾ ਦੇ ਅੰਦਰ, ਬੈਰਾਗ ਦੇ ਅੰਦਰ ਗੁਰੂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕਥਾ ਸੁਣਾ ਰਹੇ ਨੇ। ਸਭ ਸਿੱਖ ਸੰਗਤ ਸੁਨ ਬੇ ਚਾਹਤ। ਸਾਰੀ ਸੰਗਤ ਬਾਬਾ ਸਾਹਿਬ ਸਿੰਘ ਜੀ ਲਿਖਾਰੀ ਬੋਲੇ, ਬਾਬਾ ਰਾਮ ਕੁਏਰ ਜੀ, ਭਾਈ ਗੁਰਬਖਸ਼ ਸਿੰਘ ਜੀ, ਸਾਰੀ ਸੰਗਤ ਪ੍ਰਸੰਗ ਸੁਣਨਾ ਚਾਹੁੰਦੀ ਹੈ। ਆਪ ਜੀ ਕਿਰਪਾ ਕਰੋ, ਕਥਾ ਸੁਣਾ ਦਿਓ। ਸਤਿਗੁਰ ਗੁਣ ਕੋ ਮਹਾ ਉਮਾਹਤ। ਕਿਉਂਕਿ ਗੁਰੂ ਦੇ ਜਿਹੜੇ ਗੁਣ ਨੇ ਉਹ ਬਹੁਤ ਉਤਸ਼ਾਹਿਤ ਕਰਨ ਵਾਲੇ ਨੇ। ਗੁਰੂ ਦੇ ਗੁਣ ਕਿਰਪਾ ਵਾਲੇ ਨੇ। ਗੁਰੂ ਦੇ ਬਚਨ ਬੜੇ ਮਿੱਠੇ ਨੇ। ਸਤਿਗੁਰ ਦੇ ਬਚਨ ਭਰਮ ਕੱਟਣ ਵਾਲੇ ਨੇ। ਸਤਿਗੁਰ ਦੇ ਬਚਨ ਦੇ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਾਨੂੰ ਗੁਰੂ ਕੀ ਸਾਖੀਆਂ ਸੁਣਾਓ। ਬਾਬਾ ਰਾਮ ਕੁਏਰ ਜੀ, ਸਾਨੂੰ ਗੁਰੂ ਕੀ ਸਿੱਖੀ ਦੀ ਦਾਤ ਬਖਸ਼ਿਸ਼ ਕਰਵਾਓ। ਚੰਦਰ ਬਦਨ ਤੇ ਸੁਧਾ ਸਮਾਨਾ। ਹੇ ਬਾਬਾ ਜੀ, ਆਪ ਜੀ ਦਾ ਚੰਦਰਮਾ ਵਰਗਾ ਸੋਹਣਾ ਸਰੂਪ ਹੈ। ਤੁਹਾਡੀ ਸਰਸਵਤੀ ਜਿਵੇਂ ਮਿੱਠੀ ਬਾਣੀ ਬੋਲਦੀ ਹੈ, ਤੁਹਾਡੀ ਮਿੱਠੀ ਬਾਣੀ ਹੈ। ਉਸ ਮਿੱਠੀ ਬਾਣੀ ਤੋਂ ਸਾਨੂੰ ਗੁਰੂ ਕਾ ਜਸ ਸੁਣਾਓ। ਪ੍ਰਗਟ ਕਰੋ ਪੀ ਵਹਿ ਸਪੁਟ ਕਾਨਾ। ਹਰ ਕੀ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਕਹਿੰਦੇ ਤੁਹਾਡੇ ਰਸਨਾ ਤੋਂ ਗੁਰੂ ਕੀਆਂ ਸਾਖੀਆਂ ਸੁਣ ਕੇ ਸਾਡਾ ਹਿਰਦਾ ਵੀ ਪ੍ਰਸੰਨ ਹੋਵੇਗਾ। ਸਾਡਾ ਮਨ ਗੁਰੂ ਦੇ ਚਰਨਾਂ 'ਚ ਦ੍ਰਿੜ ਨਿਸ਼ਚੇ ਦੇ ਨਾਲ ਗੁਰੂ ਭਗਤੀ ਵਿੱਚ ਜੁੜੇਗਾ। ਸਾਡੇ ਮਨ ਤੋਂ ਵਿਕਾਰ ਕੱਟੇ ਜਾਣਗੇ। ਸਾਡੇ ਮਨ ਦੇ ਅੰਦਰ ਉਤਸ਼ਾਹ ਵਧੇਗਾ। ਕਮਲ ਬਦਨ ਮਕਰੰਦ ਬਚਨ ਹੈ। ਤੁਹਾਡਾ ਜਿਹੜਾ ਮੁਖ ਹੈ ਉਹ ਕਮਲ ਵਰਗਾ ਹੈ। ਤੁਹਾਡੇ ਬਚਨ ਸ਼ਹਿਦ ਵਰਗੇ ਮਿੱਠੇ ਨੇ। ਮਧੁਪ ਸਿੰਘ ਅਭਿਲਾਕਤ ਮਨ ਹੈ। ਸਾਰੇ ਸਿੰਘ ਆਪ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਗੁਰੂ ਦੀਆਂ ਸਾਖੀਆਂ ਸੁਣਨਾ ਚਾਹੁੰਦੇ ਨੇ। ਭਾਈ ਰਾਮ ਕੁਏਰ ਸੁਨ ਸ਼ਰਵਣ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਜੋ ਖਜ਼ਾਨਾ ਦਿੱਤਾ ਹੈ ਉਹ ਬੇਅੰਤ ਹੈ। ਬਾਬਾ ਰਾਮ ਕੁਏਰ ਜੀ ਸਾਰੇ ਸਿੱਖਾਂ ਦੀ ਬੇਨਤੀ ਸੁਣ ਕੇ ਕਹਿਓ ਚਾਹਤ ਗੁਰ ਗੁਣ ਸੁਖ ਪਾਉਣ। ਤੇ ਚਾਹੁੰਦੇ ਨੇ ਗੁਰੂ ਦੇ ਗੁਣ ਗਾਉਣਾ। ਬਾਬਾ ਰਾਮ ਕੁਏਰ ਜੀ ਵੀ ਉਹ ਸਮਾਂ ਯਾਦ ਕਰ ਰਹੇ ਨੇ ਜਦੋਂ ਗੁਰੂ ਕੀ ਸਾਖੀਆਂ ਆਪ ਗੁਰੂ ਨੂੰ ਅੱਖੀ ਦੇਖਦੇ ਸੀਗੇ। ਉਹ ਗੁਰੂ ਕੇ ਸਿੱਖਾਂ ਨੂੰ ਸੁਣਾਣਗੇ, ਉਹ ਦ੍ਰਿਸ਼ ਫੇਰ ਹਰੇ ਹੋਣਗੇ। ਇਹ ਪ੍ਰਸੰਗ ਸੁਨ ਸ਼ੋਤਾ ਸਾਰੇ। ਸਾਰੇ ਸ਼ਰੋਤਾ ਜਨ ਇਹ ਪ੍ਰਸੰਗ ਹੁਣ ਧਿਆਨ ਨਾਲ ਸੁਣੋ। ਗੁਰੂ ਕੀ ਸਾਖੀਆਂ ਨੂੰ ਸੁਣਾਉਣ ਲੱਗੇ ਨੇ ਬਾਬਾ ਰਾਮ ਕੁਏਰ ਜੀ। ਮਿਲ ਸੰਤੋਖ ਸਿੰਘ ਨਿਕਟ ਉਚਾਰੇ। ਤੇ ਇੱਕ ਸੰਤੋਖ ਸਿੰਘ ਜੀ ਸੀਗੇ ਜਿਹੜੇ ਸਾਰੀ ਕਥਾ ਨੂੰ ਹੁਣ ਲਿਖਤ ਵੀ ਕਰਵਾਉਣਗੇ। ਬਾਬਾ ਰਾਮ ਕੁਏਰ ਜੀ ਨੇ ਜਿਹੜੀ 100 ਸਾਖੀਆਂ ਅੱਜ ਸਾਨੂੰ ਪੜ੍ਹਨ ਨੂੰ ਮਿਲਦੀਆਂ ਨੇ, ਬਾਬਾ ਰਾਮ ਕੁਏਰ ਜੀ ਨੇ 500 ਸਾਖੀਆਂ ਲਿਖਵਾਈਆਂ ਸੀ। ਉਹ 500 ਚੋਂ ਅੰਗਰੇਜ਼ਾਂ ਨੇ 400 ਸਾਖੀਆਂ ਸਾਡੀਆਂ ਅਲੋਪ ਹੋ ਗਈਆਂ, ਪਰ ਉਹਨਾਂ ਚੋਂ ਬਹੁਤ ਸਾਖੀਆਂ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸੰਭਾਲ ਲਈਆਂ ਤੇ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਲਿਖ ਦਿੱਤੀਆਂ। ਉਹਨਾਂ ਚੋਂ 100 ਸਾਖੀਆਂ ਦੀ ਪੋਥੀ ਅੱਜ ਵੀ ਮਿਲਦੀ ਹੈ। ਦਾਸ ਨੇ ਵੀ ਪੜ੍ਹੀ ਹੈ। ਉਹ 100 ਸਾਖੀਆਂ ਦੀ ਪੋਥੀ ਦੇ ਅੰਦਰ ਬਹੁਤ ਅੱਗੇ ਵਰਤਮਾਨ 'ਚ ਜਿਹੜੇ ਬਚਨ ਹੋ ਰਹੇ ਨੇ ਤੇ ਜਿਹੜੇ ਭਵਿੱਖ ਕਾਲ 'ਚ ਹੋਣੇ ਨੇ ਉਹ ਕਲਗੀਧਰ ਪਾਤਸ਼ਾਹ ਨੇ ਲਿਖੇ ਨੇ। 100 ਸਾਖੀਆਂ ਮਿਲ ਜਾਂਦੀਆਂ ਨੇ। ਪੰਜਾਬ ਦੇ ਅੰਦਰੋਂ ਚੱਤਰ ਸਿੰਘ ਜੀਵਨ ਸਿੰਘ ਹੋਰਾਂ ਨੇ ਉਹ ਕਿਤਾਬ ਛਾਪੀ ਹੈ। ਰਹੋ ਵਿਚਾਰ ਕਵੀਰਾਜ ਭਾਈ ਸੰਤੋਖ ਸਿੰਘ ਜੀ ਹੁਣ ਉਹ ਸਾਰੀ ਸਾਖੀਆਂ ਨੂੰ ਇਕੱਤਰਿਤ ਕੀਤਾ ਹੈ ਜੋ ਬਾਬਾ ਰਾਮ ਕੁਏਰ ਜੀ ਭਾਈ ਸਾਹਿਬ ਸਿੰਘ ਲਿਖਾਰੀ ਨੂੰ ਲਿਖਵਾ ਕੇ ਸਾਖੀਆਂ ਲਿਖਵਾਉਣਗੇ। ਤੇ ਇੱਕ ਸੰਤੋਖ ਸਿੰਘ ਇੱਕ ਗੁਰਸਿੱਖ ਹੋਏ ਨੇ ਉਸ ਵੇਲੇ ਦੇ, ਉਹਨਾਂ ਨੂੰ ਵੀ ਬੁਲਾਇਆ ਹੈ ਬਾਬਾ ਰਾਮ ਕੁਏਰ ਜੀ ਨੇ। ਰਾਮ ਕੁਏਰ ਕੀ ਪੂਰਬ ਕਥਾ। ਬਾਬਾ ਰਾਮ ਕੁਏਰ ਜੀ ਦੀ
ਪੂਰਵ ਕਥਾ ਪਹਿਲਾਂ ਸੁਣਾਵਾਂਗੇ ਕਿ ਬਾਬਾ ਰਾਮ ਕੁਏਰ ਜੀ ਕੌਣ ਹੋਏ ਨੇ। ਖਾਲਸਾ ਜੀ, ਜਦੋਂ ਅਸੀਂ ਕਿਸੇ ਦੇ ਬਾਰੇ ਹਿਸਟਰੀ ਦੱਸਣੀ ਹੁੰਦੀ ਹੈ, ਜਿਵੇਂ ਹੁਣ ਕਵੀਰਾਜ ਭਾਈ ਸੰਤੋਖ ਸਿੰਘ ਜੀ ਇਤਿਹਾਸ ਸੁਣਾ ਰਹੇ ਨੇ ਗੁਰੂਆਂ ਦਾ, ਤੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਥਰਡ ਪਰਸਨ ਨੇ, ਵਿੱਚੋਂ ਸੈਕਿੰਡ ਪਰਸਨ ਨੇ। ਫਸਟ ਪਰਸਨ ਨੇ ਬਾਬਾ ਰਾਮ ਕੁਏਰ ਜੀ, ਕਿਉਂਕਿ ਉਹਨਾਂ ਤੋਂ ਉਹਨਾਂ ਨੇ ਇਤਿਹਾਸ ਇਕੱਤਰਿਤ ਕੀਤਾ ਹੈ, ਤੇ ਉਹ ਪਹਿਲੇ ਦੱਸ ਰਹੇ ਨੇ ਜਿਨ੍ਹਾਂ ਤੋਂ ਅਸੀਂ ਇਤਿਹਾਸ ਲਿਆ ਹੈ ਉਹ ਬਾਬਾ ਰਾਮ ਕੁਏਰ ਜੀ ਕੌਣ ਨੇ, ਬਾਬਾ ਬੁੱਢਾ ਜੀ ਦੀ 7ਵੀਂ ਅੰਸ਼-ਵੰਸ਼ ਕੌਣ ਨੇ। ਹਮ ਹੈ ਸੁਨਾਵਹੁ ਹੋਈ ਜਥਾ। ਕਹਿੰਦੇ ਸਾਨੂੰ ਇਹ ਗੱਲ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਤੋਂ ਸੀਨਾ ਬਰਸੀਨਾ ਪਤਾ ਲੱਗੀ ਹੈ, ਜਦੋਂ ਕੋਈ ਗੱਲ ਅਸੀਂ ਆਪਣੇ ਬੱਚਿਆਂ ਨੂੰ ਦਸੀਏ, ਫਿਰ ਉਹ ਬੱਚੇ ਆਪਣੇ ਬੱਚਿਆਂ ਨੂੰ ਗੱਲ ਗਾਹਾਂ ਪਹੁੰਚਾਉਣ, ਉਸ ਗੱਲ ਨੂੰ ਉਸ ਤਰ੍ਹਾਂ ਹੀ ਸੁਣਾਇਆ ਜਾਏ ਜਿਸ ਤਰ੍ਹਾਂ ਦਾਦੇ ਨੇ ਪਿਓ ਨੂੰ ਸੁਣਾਈ ਸੀ ਤੇ ਪਿਓ ਅੱਗੇ ਗਾਹਾਂ ਬੱਚਿਆਂ ਨੂੰ ਸੁਣਾਏ, ਉਸ ਨੂੰ ਕਹਿੰਦੇ ਨੇ ਸੰਪਰਦਾਇਕ ਚੀਜ਼ ਪ੍ਰਦਾਨ ਕਰਨੀ। ਤੇ ਉਹ ਸੰਪਰਦਾ ਦੇ ਨਾਲ ਇਤਿਹਾਸ ਦਿੱਤਾ ਗਿਆ ਸੀਗਾ। ਉਹ ਜਿਹੜਾ ਇਤਿਹਾਸ ਸੀਗਾ ਗੁਰੂ ਕਾ ਇਤਿਹਾਸ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਇਤਿਹਾਸ, ਉਹ ਬਾਬਾ ਰਾਮ ਕੁਏਰ ਜੀ ਭਾਈ ਸਾਹਿਬ ਸਿੰਘ ਲਿਖਾਰੀ ਨੂੰ ਤੇ ਭਾਈ ਸੰਤੋਖ ਸਿੰਘ ਜੀ ਨੂੰ ਮਿਲ ਕੇ ਲਿਖਵਾ ਰਹੇ ਨੇ। ਉਹ ਇਤਿਹਾਸ ਕਵੀਰਾਜ ਭਾਈ ਸੰਤੋਖ ਸਿੰਘ ਤੱਕ ਪਹੁੰਚਿਆ। ਉਹਨਾਂ ਨੇ ਅੱਜ ਜਿਲਤ ਕੀਤਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਜੋ ਅੱਜ ਤੁਸੀਂ ਪੜ੍ਹ ਰਹੇ ਹੋ। ਭਾਵ ਅਰਥ ਹੈ ਹੋਇਆ ਇਹ ਉਹ ਸਾਖੀਆਂ ਨੇ ਜੋ ਗੁਰੂ ਦੇ ਵੇਲੇ ਹੋਈਆਂ ਨੇ, ਤੇ ਜੋ ਬਾਬਾ ਰਾਮ ਕੁਏਰ ਜੀ ਨੇ ਦੇਖਿਆ ਉਹ ਲਿਖਵਾਇਆ, ਉਹ ਲਿਖਿਆ ਹੋਇਆ ਹੁਣ ਤੁਸੀਂ ਪੜ੍ਹ ਰਹੇ ਹੋ। ਕਿਮ ਗੁਰ ਨਿਕਟ ਰਹੇ ਸੁਖ ਪਾਏ। ਤੇ ਬਾਬਾ ਰਾਮ ਕੁਏਰ ਜੀ ਬਾਬਾ ਬੁੱਢਾ ਜੀ ਦੀ 7ਵੀਂ ਅੰਸ਼-ਵੰਸ਼ ਕਿਸ ਤਰ੍ਹਾਂ ਗੁਰੂ ਦੇ ਕੋਲ ਰਹੇ ਉਹ ਸੁਣੋ। ਪਏ ਗੁਰਬਖਸ਼ ਸਿੰਘ ਕਿਸ ਪਾਏ। ਉਹ ਗੁਰਬਖਸ਼ ਸਿੰਘ ਕਿੱਦਾਂ ਬਣੇ? ਪਹਿਲਾ ਨਾਮ ਬਾਬਾ ਰਾਮ ਕੁਏਰ ਜੀ ਸੀ, ਪਰ ਜਦੋਂ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਉਹਨਾਂ ਨੇ ਵੀ ਅੰਮ੍ਰਿਤ ਛਕ ਕੇ ਉਹਨਾਂ ਦਾ ਨਾਮ ਗੁਰਬਖਸ਼ ਸਿੰਘ ਹੋ ਗਿਆ। ਕਹੋ ਚਰਿਤ੍ਰ ਪ੍ਰਥਮ ਇਨ ਕੋਰਾ। ਬਾਬਾ ਰਾਮ ਕੁਏਰ ਜੀ ਦੇ ਚਰਿੱਤਰ ਦੱਸਾਂਗੇ, ਉਹਨਾਂ ਦਾ ਜੀਵਨ ਤੇ ਪੰਛੀ ਝਾਤ ਮਰਵਾਵਾਂਗੇ। ਪੁਨ ਉਚਰਹੁ ਇਤਿਹਾਸ ਬਡੇਰਾ। ਉਪਰੰਤ ਫੇਰ ਗੁਰੂਆਂ ਦਾ ਵੱਡਾ ਇਤਿਹਾਸ ਦੱਸਾਂਗੇ ਜਿਹਦੀ ਮਹਾਨ ਗਾਥਾ ਹੈ। ਕਵ ਇਮ ਸੁਨ ਸ਼੍ਰੋਤਨ ਤੇ ਬਾਣੀ। ਜਿਸ ਤਰ੍ਹਾਂ ਕਵੀ ਜਨਾਂ ਤੋਂ ਸ਼ਰੋਤਾਂ ਤੋਂ ਇਹ ਗੱਲ ਸੁਣੀ ਹੈ, ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਰਾਮ ਕੁਏਰ ਕੀ ਕਥਾ ਬਖਾਨੀ। ਕਹਿੰਦੇ ਬਾਬਾ ਰਾਮ ਕੁਏਰ ਜੀ ਦੀ ਕਥਾ ਸੁਣਾਉਣ ਲੱਗੇ ਆ, ਬ੍ਰਹਮ ਗਿਆਨੀ ਬਾਬਾ ਰਾਮ ਕੁਏਰ ਜੀ। ਪੁਛਕ ਚਰਿਤ੍ਰ ਕਹਉ ਤਿਨ ਕੇਰਾ। ਕੁਝ ਕੁ ਸਾਖੀਆਂ ਅਸੀਂ ਬਾਬਾ ਰਾਮ ਕੁਏਰ ਜੀ ਦੀਆਂ ਦੱਸਾਂਗੇ, ਜਿਨ੍ਹਾਂ ਦੇ ਬਾਰੇ ਸੰਗਤ ਨੂੰ ਪਤਾ ਲੱਗੇਗਾ ਕਿ ਬਾਬਾ ਰਾਮ ਕੁਏਰ ਜੀ ਨੇ ਸਾਨੂੰ ਇਤਿਹਾਸ ਪਹੁੰਚਵਾਇਆ ਹੈ, ਕਿਸ ਤਰ੍ਹਾਂ ਉਹਦੀ ਸੋਝੀ ਹੋਵੇਗੀ। ਪਠਤ ਸੁਨਤ ਸੁਖ ਦੇਤ ਕਨੇਰਾ। ਜਿਹੜਾ ਵੀ ਗੁਰੂ ਕਾ ਪਿਆਰਾ ਸਿੱਖ ਇਹ ਸਾਖੀਆਂ ਨੂੰ ਸੁਣੇਗਾ, ਜਿਹੜਾ ਵੀ ਇਹ ਸਾਖੀਆਂ ਨੂੰ ਮਨ ਲਾ ਕੇ ਗਾਏਗਾ, ਪੜ੍ਹੇਗਾ ਤੇ ਸੁਣਾਏਗਾ, ਉਸ ਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਮਨ ਵਾਂਛਿਤ ਫਲ ਪ੍ਰਾਪਤ ਹੋਵੇ। ਤੇ ਸੁਖ ਦੀ ਪ੍ਰਾਪਤੀ ਹੋਵੇਗੀ। ਦੂਜਾ ਫਲ ਕੀ ਮਿਲੇਗਾ? ਮਨ ਵਾਂਛਿਤ ਫਲ ਮਿਲਣਗੇ। ਜੇ ਜਿਹੜਾ ਇਹ ਕਥਾ ਨੂੰ ਸੁਣੇਗਾ, ਜੇ ਉਹ ਧਨ ਦੀ ਇੱਛਾ ਰੱਖਦਾ ਉਹਨੂੰ ਧਨ ਮਿਲੇਗਾ, ਅਰਥ ਮਿਲੇਗਾ। ਜੇ ਉਹ ਭਗਤੀ ਦੀ ਇੱਛਾ ਰੱਖਦਾ ਉਹਨੂੰ ਭਗਤੀ ਮਿਲੇਗੀ। ਜੇ ਕੋਈ ਧੀਆਂ ਪੁੱਤਰਾਂ ਦਾ ਸੁਧਾਰ ਚਾਹੁੰਦਾ ਹੈ ਜਾਂ ਧੀਆਂ ਪੁੱਤਰ ਘਰ 'ਚ ਹੋਣ ਉਹ ਚਾਹੁੰਦਾ, ਉਸ ਨੂੰ ਕਾਮ ਦੀ ਵੀ ਪ੍ਰਾਪਤੀ ਹੋਵੇਗੀ, ਕਾਮਨਾਵਾਂ ਦੀ ਪ੍ਰਾਪਤੀ ਹੋਵੇਗੀ। ਤੇ ਕੋਈ ਉੱਤਮ ਪਦਾਰਥ ਮੋਕਸ਼ ਚਾਹੁੰਦਾ, ਮੋਕਸ਼ ਚਾਹੁੰਦਾ, ਮੁਕਤੀ ਚਾਹੁੰਦਾ ਸੰਸਾਰ ਤੋਂ, ਉਸ ਨੂੰ ਮੁਕਤੀ ਵੀ ਮਿਲੇਗੀ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੇ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ। ਤੇ ਜਿਹੜਾ ਡਰਦਾ ਜਨਮ ਮਰਨ ਤੋਂ, ਮੁਕਤੀ ਚਾਹੁੰਦਾ, ਉਹ ਸਾਧੂਆਂ ਦੀ ਸ਼ਰਨ 'ਚ ਬਹਿ ਕੇ ਨਾਮ ਜਪਦਾ, ਗੁਰਬਾਣੀ ਦੀ ਕਥਾ ਸੁਣਦਾ ਤੇ ਗੁਰਬਾਣੀ ਦਾ ਕੀਰਤਨ ਸੁਣਦਾ ਹੈ। ਸੰਚਿਤ ਪਾਪ ਸਭਿਨ ਕੋ ਖੋਵੈ। ਜਿਹੜੇ ਕਿ ਤੁਸੀਂ ਜਨਮਾਂ ਜਨਮਾਂਤਰਾਂ ਦੇ ਸੰਚਿਤ ਮਾਨ ਪਾਪ ਲੈ ਕੇ ਆਏ ਹੋ ਆਪਣੇ ਨਾਲ, ਜਿਸ ਕਰਕੇ ਸੰਸਾਰ ਦੇ ਦੁੱਖ ਭੋਗਣਾ ਪੈਂਦਾ ਹੈ, ਉਹ ਪਾਪ ਕੱਟੇ ਜਾਂਦੇ ਨੇ। ਕਥਾ ਸੁਣਤ ਮਲ ਸਗਲੀ, ਕਥਾ ਸੁਣਤ ਮਨ ਹਰਿਆ ਹੋਵੇ। ਕਥਾ ਸੁਣਨ ਦੇ ਨਾਲ ਮਨ ਹਰਿਆ ਹੋ ਜਾਂਦਾ ਹੈ। ਕਥਾ ਸੁਣਤ ਮਲ ਸਗਲੀ ਖੋਵੈ ਗੁਣ ਗਾਵਤ ਮਨ ਹਰਿਆ ਹੋਵੇ। ਤੇ ਪ੍ਰਭੂ ਦੇ ਗੁਣ ਗਾਨ ਦੇ ਨਾਲ ਮਨ ਹਰਿਆ ਹੋ ਜਾਂਦਾ ਹੈ। ਬਿਮਲ ਮਤੀ ਹੋਏ ਲਹਿ ਸੁਖ ਧਾਮ। ਬਿਮਲ ਮਤੀ, ਜਿਹੜੀ ਮਤ ਪੁੱਠੀ ਹੋ ਜਾਵੇ ਉਹ ਮਤ ਵੀ ਸਿੱਧੀ ਹੋ ਜਾਂਦੀ ਹੈ,
ਤੇ ਘਰ ਦੇ ਅੰਦਰ ਸੁਖ ਧਾਮ, ਹਿਰਦੇ ਰੂਪੀ ਘਰ ਦੇ ਅੰਦਰ ਸੁਖ ਦੀ ਪ੍ਰਾਪਤੀ ਹੁੰਦੀ ਹੈ ਕਥਾ ਸੁਣਨ ਦੇ ਨਾਲ। ਲਿਵ ਲਾਗੇ ਸਿਮਰਨ ਸਤਨਾਮ। ਸਤਨਾਮ ਸ਼੍ਰੀ ਵਾਹਿਗੁਰੂ। ਸਾਰੇ ਪ੍ਰੇਮ ਨਾਲ ਬੋਲੀਏ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਕਥਾ ਸੁਣਦਾ ਹੈ ਉਹਦੀ ਵਾਹਿਗੁਰੂ 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 ਸ਼ਬਦ ਨਾਲ ਪ੍ਰੀਤੀ ਬਣ ਜਾਂਦੀ ਹੈ। ਦੋਹਰਾ ਹਸਤਾ ਮਲਕ ਸਮਾਨ ਔਰ ਜਿਨ ਕੇ, ਜਿਨ੍ਹਾਂ ਦੇ ਬਰਾਬਰ ਧਰਤੀ ਦੇ ਉੱਤੇ ਹੋਰ ਕੋਈ ਨਹੀਂ ਹੈ। ਤਿਡ ਬ੍ਰਹਮ ਗਿਆਨ। ਤੇ ਹਿਰਦੇ ਦੇ ਅੰਦਰ ਪੂਰੀ ਪੰਕਤੀ ਪੜ੍ਹਦੇ ਹਸਤਾ ਮਲਕ ਸਮਾਨ ਔਰ ਜਿਨ ਕੇ, ਦਿਡ ਬ੍ਰਹਮ ਗਿਆਨ। ਤੇ ਬਾਬਾ ਰਾਮ ਕੁਏਰ ਜੀ ਕੌਣ ਹੋਏ ਨੇ? ਜਿਸ ਦੇ ਹੱਥ ਦੇ ਉੱਤੇ, ਜਿਵੇਂ ਅਸੀਂ ਸਾਡੇ ਸਿਆਲ ਦੇ ਅੰਦਰ ਇੱਥੇ ਕੈਨੇਡਾ ਦੇ ਅੰਦਰ ਜਦੋਂ ਬਰਫ਼ ਗਿਰਦੀ ਹੈ ਉੱਤੋਂ ਡਲੇ ਗਿਰਦੇ ਨੇ, ਪੂਰੇ ਔਲੇ ਗਿਰਦੇ ਨੇ। ਉਹ ਔਲਿਆਂ ਨੂੰ ਜਦੋਂ ਅਸੀਂ ਤਲੀ ਤੇ ਧਰ ਲਈਏ ਸਾਹਮਣੇ ਦਿਖਦੇ ਨੇ ਨਾ। ਕਹਿੰਦੇ ਬਾਬਾ ਰਾਮ ਕੁਏਰ ਜੀ ਨੂੰ ਉਦਾਂ ਬ੍ਰਹਮ ਗਿਆਨ ਦ੍ਰਿੜ ਸੀਗਾ। ਹੱਥ ਤੇ ਔਲਾ ਧਰ ਲਈਏ ਤਾਂ ਦਿਸ ਪੈਂਦਾ, ਉਸ ਤਰ੍ਹਾਂ ਬਾਬਾ ਰਾਮ ਕੁਏਰ ਜੀ ਨੂੰ ਬ੍ਰਹਮ ਗਿਆਨ ਦ੍ਰਿੜ ਸੀ। ਸ਼੍ਰੀ ਬੁੱਢਾ ਸਾਹਿਬ ਪਏ ਨਮੋ ਬੰਦ ਕਰ ਪਾਨ। ਕਵੀ ਰਾਏ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਧੰਨ ਨੇ ਬਾਬਾ ਬੁੱਢਾ ਜੀ ਜਿਨ੍ਹਾਂ ਦੀ ਅੰਸ਼ ਵੰਸ਼ ਚੋਂ ਨੇ ਬਾਬਾ ਰਾਮ ਕੁਏਰ ਜੀ। ਤੇ ਅਸੀਂ ਐਸੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਚਰਨਾਂ 'ਚ ਮੱਥਾ ਟੇਕਦੇ ਹਾਂ ਜਿਨ੍ਹਾਂ ਦਾ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖਾਏ ਕਿਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਐਸੇ ਧੰਨ ਧੰਨ ਬ੍ਰਹਮ ਗਿਆਨੀ ਸਿੱਖ ਬਾਬਾ ਰਾਮ ਕੁਏਰ ਜੀ ਨੂੰ ਅਸੀਂ ਨਮਸਕਾਰ ਕਰਦੇ ਹਾਂ, ਬਾਬਾ ਬੁੱਢਾ ਜੀ ਨੂੰ ਮੱਥਾ ਟੇਕਦੇ ਹਾਂ। ਚੌਪਈ ਗੁਰਸਿੱਖੀ ਕੀ ਅਵਧ ਅਧਾਰਾ। ਗੁਰਸਿੱਖੀ ਦੀ ਅਵਧ ਨੇ, ਹੱਦ ਨੇ ਗੁਰਸਿੱਖੀ ਦੀ। ਕੌਣ? ਧੰਨ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼। ਜਿਮ ਸਭ ਜਲ ਕੀ ਸਿੰਧ ਅਪਾਰਾ। ਜਿਸ ਤਰ੍ਹਾਂ ਸਮੁੰਦਰ ਸਾਰੇ ਛੋਟੇ ਨਹਿਰਾਂ ਦੀ, ਨਦੀਆਂ ਦੀ ਹੱਦ ਕੀ ਹੈ? ਸਮੁੰਦਰ ਹੈ। ਨਦੀ ਵਹਾ ਵਿਛੁੰਨਿਆ, ਸਾਰੀਆਂ ਨੇ ਜਾ ਕੇ ਕਿੱਥੇ ਮਿਲ ਜਾਣਾ? ਸਮੁੰਦਰ ਦੇ ਅੰਦਰ। ਉਸ ਤਰ੍ਹਾਂ ਗੁਰਸਿੱਖਾਂ ਦੀ ਹੱਦ ਕੀ ਹੈ? ਧੰਨ ਧੰਨ ਬਾਬਾ ਬੁੱਢਾ ਜੀ। ਮਾਰ ਤੰਡ ਜਿਮ ਤੇਜ ਪ੍ਰਚੰਡ ਹੈ। ਬਾਬਾ ਬੁੱਢਾ ਜੀ ਮਾਰਤੰਡ ਨੇ, ਵਿਦਿਆ ਦੇ ਅੰਦਰ ਪ੍ਰਚੰਡ ਨੇ, ਸ਼ਾਸਤਰ ਤੇ ਸ਼ਸਤਰ ਦੇ ਧਨੀ ਨੇ। ਜਥਾ ਅਖੰਡਲ ਭੂਤਲ ਖੰਡ ਹੈ। ਜਿੰਨੀ ਦੇਰ ਧਰਤੀ ਤੇ ਸੂਰਜ ਤੇ ਆਕਾਸ਼ ਰਹਿਣਗੇ ਬਾਬਾ ਬੁੱਢਾ ਜੀ ਤੁਹਾਡਾ ਜਸ ਕੋਨਾ ਕੋਨਾ ਬ੍ਰਹਿਮੰਡ ਦਾ ਗਾਉਂਦਾ ਰਹੇਗਾ। ਤੁਹਾਡਾ ਜਸ ਅਟਲ ਹੈ। ਤੁਹਾਡੇ ਸੰਤ ਮਹਾਪੁਰਸ਼ ਜਿਨ੍ਹਾਂ ਨੇ ਗਿਆਨ ਸਮ ਦੁੱਖ ਸੁਖੰ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੁਖ ਤੇ ਦੁੱਖ ਦਾ ਗਿਆਨ ਬਰਾਬਰ ਹੋ ਚੁੱਕਾ ਹੈ, ਐਸੇ ਧੰਨ ਧੰਨ ਬਾਬਾ ਬੁੱਢਾ ਜੀ। ਜਥਾ ਛਿਮਾ ਕੀ ਛੋਣੀ ਅਹੈ। ਤੇ ਹਿਰਦੇ ਦੇ ਅੰਦਰ ਛਿਮਾ ਧਾਰਨ ਵਾਲੇ, ਮਾਫ ਕਰਨ ਵਾਲੇ, ਦਿਆਲੂ ਕਿਰਪਾਲੂ ਸੁਭਾਅ ਵਾਲੇ ਬਾਬਾ ਬੁੱਢਾ ਜੀ। ਵਾਯੂ ਮਹਿਦ ਬੇਗ ਕਲੇ ਹੈ। ਕਹਿੰਦੇ ਉਹ ਇਸ ਤਰ੍ਹਾਂ ਨੇ ਵੀ ਉਹ ਵਾਯੂ ਵੀ ਉਹਨਾਂ ਦੇ ਲਈ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਬਾਬਾ ਬੁੱਢਾ ਜੀ ਦੇ ਲਈ ਸਮਾਨ ਸੀ ਬ੍ਰਹਮ ਗਿਆਨੀ ਲਈ। ਸਹਿਨਸ਼ੀਲ ਸੌਂਦਰਜ ਸੂਰਤਾ। ਬਾਬਾ ਜੀ ਦਾ ਸੁਭਾਅ ਕਿਸ ਤਰ੍ਹਾਂ ਦਾ ਸੀਗਾ? ਸਹਿਨਸ਼ੀਲ ਸੁਭਾਅ ਸੀਗਾ, ਪੇਸ਼ੈਂਸ ਬਹੁਤ ਸੀ ਤੇ ਗੰਭੀਰ ਸੀਗੇ ਸੁਭਾਅ ਦੇ। ਪ੍ਰਭੂ ਵਿਸ਼ਨ ਹੈ ਸਭੈ ਪੂਰਤਾ। ਜਿਸ ਤਰ੍ਹਾਂ ਸੱਚਖੰਡ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਸਰੂਪ ਧਾਰਿਆ ਹੋਵੇ, ਉਹੀ ਹਰ ਜਨ ਦੋ ਏਕ ਹੈ। ਉਹ ਹਰੀ ਤੇ ਹਰੀ ਦੇ ਜਨ ਇੱਕੋ ਜਿਹੇ ਸੀਗੇ। ਦੁਬਾਰਾ ਪੰਕਤੀ ਪੜੋ। ਪ੍ਰਭ ਵਿਸ਼ਨ ਹੈ ਸਭੈ ਪੂਰਤਾ। ਕਹਿੰਦੇ ਉਹ ਪ੍ਰਭੂ ਦੇ ਸਾਰੇ ਗੁਣ ਸੰਪੂਰਨ ਲੈ ਕੇ ਆਪਣੇ ਸਰੀਰ ਦੇ ਅੰਦਰ ਧਾਰ ਕੇ ਆਏ ਸੀ। ਜੋ ਗੁਣ ਪ੍ਰਭੂ ਦੇ ਅੰਦਰ ਨੇ ਉਹੀ ਸੰਤਾਂ ਦੇ ਅੰਦਰ ਨੇ। ਸੰਤੋਂ ਕੋ ਮਤ ਕੋਈ ਨਿੰਦੋ, RAM ਸੰਤ ਹੈ ਏਕੋ। RAM ਤੇ ਸੰਤ ਦੇ ਅੰਦਰ ਕੋਈ ਭੇਦ ਨਹੀਂ। ਸੋ ਪ੍ਰਕਾਸ਼ ਕੀ ਅਵਧ ਮਯੰਕਾ। ਉਹ ਇੱਕ ਬਹੁਤ ਪ੍ਰਕਾਸ਼ਮਈ ਸਰੂਪ ਸੀ ਉਹਨਾਂ ਦਾ। ਉਹਨਾਂ ਦਾ ਸਰੂਪ ਕਿੱਦਾਂ ਦਾ ਸੀਗਾ? ਪ੍ਰਕਾਸ਼ਮਈ ਸੀ। ਜਥਾ ਦੁਰਗ ਕੀ ਦੀਰਘ ਲੰਕਾ। ਜਿਸ ਤਰ੍ਹਾਂ ਇੱਕ ਵਿਕਾਰਾਂ ਦੇ ਭਰੇ ਮਨੁੱਖ ਨੂੰ ਰਾਵਣ ਦੇ ਪ੍ਰਥਾਏ ਜਾਣ ਲਓ ਤੇ ਉਹਦੀ ਫੌਜ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ। ਉਹ ਫੌਜ ਹੁੰਦੀ ਹੈ, ਉਹ ਦੀਰਘ ਹੁੰਦੀ ਹੈ, ਬੜੀ ਪ੍ਰਚੰਡ ਹੁੰਦੀ ਹੈ। ਤੇ ਬਾਬਾ ਬੁੱਢਾ ਜੀ ਕੈਸੇ ਗੁਰਸਿੱਖ ਸੀਗੇ ਜੋ ਰਾਮ ਬਾਣ ਮਾਰ ਕੇ ਇੱਕੋ ਲੰਕਾ ਦਾ ਪੁਲ ਢਾ ਦਿੱਤਾ। ਸਾਰੇ ਵਿਕਾਰਾਂ ਨੂੰ ਢਾਣ ਵਾਲੇ ਨੇ। ਨਾਗਨ ਸ਼ੇਸ਼ ਬਾਸ ਕੀ ਸਰਪਨ। ਤੇ ਨਾਗ ਜਿਹੜਾ ਸ਼ੇਸ਼ ਨਾਗ ਹੈ ਉਹ ਹਜ਼ਾਰਾਂ, ਉਹਦੇ ਹਜ਼ਾਰ ਮੂੰਹ ਨੇ
ਇੱਕ ਮੂੰਹ ਦੇ ਅੰਦਰ ਦੋ ਜੀਭਾਂ ਨੇ, 2000 ਜੀਭਾਂ ਦੇ ਨਾਲ ਪ੍ਰਮਾਤਮਾ ਦਾ ਜਸ ਜੋ ਗਾਉਂਦਾ ਹੈ, ਉਹ ਵੀ ਬਾਬਾ ਬੁੱਢਾ ਜੀ ਵਰਗੇ ਸੰਤਾਂ ਦੀ ਉਸਤਤ ਕਰਦਾ ਹੈ। ਤਨ ਹੰਗ ਤਜਨ ਹੋਤ ਸਭ ਅਰਪਨ। ਤੇ ਬਾਬਾ ਬੁੱਢਾ ਜੀ ਦੇ ਹਿਰਦੇ 'ਚੋਂ ਤਨ ਹੰਤਾ ਖਤਮ ਹੋਈ ਹੋਈ ਹੈ। ਹਿਰਦੇ ਦੇ ਅੰਦਰ ਕੋਈ ਹੰਕਾਰ ਨਹੀਂ, ਤਨ ਹੰਤਾ, ਸਰੀਰ ਦੇ ਅੰਦਰ ਆਪਣੇ ਸਰੀਰ ਦਾ ਹੰਕਾਰ ਨਹੀਂ। ਜਾਣਦੇ ਨੇ ਕਿ ਸਰੀਰ ਨਾਸ਼ਵਾਨ ਹੈ, ਆਤਮਾ ਸਤ ਚੇਤਨ ਬ੍ਰਹਮ ਸੱਚ ਹੈ। ਬਾਬਾ ਬੁੱਢਾ ਜੀ ਤਨ ਹੰਤਾ ਨਾਸ਼ ਕਰਕੇ ਗੁਰੂ ਦੇ ਸ਼ਬਦ ਵਾਹਿਗੁਰੂ 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 ਅੰਦਰ ਬਿਰਤੀ ਜੋੜੀ ਬੈਠੇ ਨੇ। ਲਿਖਨ ਵਿਖਾਇ ਜਿਮ ਅਵਧ ਗਜਾਨਨ। ਕਹਿੰਦੇ ਜਿਸ ਤਰ੍ਹਾਂ ਲਿਖਣੇ ਦੇ ਅੰਦਰ ਗਣੇਸ਼ ਜੀ ਜੋ ਮੈਥ ਦੇ ਸਾਰੇ ਗੁਰੂ ਮੰਨੇ ਗਏ ਨੇ, ਉਹ ਗਣੇਸ਼ ਜੀ ਨੂੰ ਮੰਨਿਆ ਗਿਆ। ਕਹਿੰਦੇ ਜਿਸ ਤਰ੍ਹਾਂ ਗਣੇਸ਼ ਜੀ ਆਪਣੇ ਗੁਣਾਂ ਦੇ ਅੰਦਰ ਸੰਪੰਨ ਨੇ, ਉਸ ਤਰ੍ਹਾਂ ਬਾਬਾ ਬੁੱਢਾ ਜੀ ਵਰਗੇ ਗੁਰਸਿੱਖ ਵੀ ਆਪਣੀ ਬੁੱਧੀ ਤੋਂ ਗਣੇਸ਼ ਵਰਗੀ ਚਤੁਰਤਾ ਰੱਖਦੇ ਨੇ। ਜੋਗੀ ਸਭ ਹਿਨ ਕੀ ਪੰਚਾਨਨ। ਸਾਰੇ ਜੋਗੀਆਂ ਦੇ ਅੰਦਰ ਮੂਹਰੇ ਜਿਹੜੇ ਜੋਗੀ ਨੇ ਉਹ ਬਾਬਾ ਬੁੱਢਾ ਜੀ ਨੇ। ਸ਼ੇਸ਼ ਨਾਗ ਜਿਹੜਾ ਨਾਮ ਉਚਰਦਾ ਹੈ, ਉਹ ਨਾਮਾਂ ਨੂੰ ਜਿਹੜੇ ਗਾਇਨ ਕਰਦੇ ਨੇ, ਉਹੀ ਸ਼ਕਤੀ ਦੇ ਨਾਲ ਬਾਬਾ ਬੁੱਢਾ ਜੀ ਗਾਇਨ ਕਰਦੇ ਨੇ। ਜਿਵੇਂ ਗਜਾਨੰਦ ਗਣੇਸ਼ ਸੰਪੰਨ ਹੈ ਆਪਣੇ ਦਿਮਾਗ ਕਰਕੇ, ਮੈਥ ਦੀ ਕੈਲਕੂਲੇਸ਼ਨਸ ਕਰਕੇ, ਉਸੇ ਤਰ੍ਹਾਂ ਬਾਬਾ ਬੁੱਢਾ ਜੀ ਤੁਸੀਂ ਸੰਪੰਨ ਹੋ। ਜਿਸ ਤਰ੍ਹਾਂ ਬ੍ਰਹਮਾ ਵੀ 4 ਮੁਖ ਤੋਂ ਵੇਦ ਉਚਾਰਦਾ ਹੈ, ਤੇ ਤੁਸੀਂ ਵੀ ਉਸੇ ਤਰ੍ਹਾਂ ਗੁਰਬਾਣੀ ਆਪਣੇ ਮੁਖ ਤੋਂ ਗਾਉਂਦੇ ਹੋ। ਬਾਬਾ ਬੁੱਢਾ ਜੀ ਨੂੰ 33 ਕਰੋੜ ਦੇਵੀ ਦੇਵਤਿਆਂ ਦੇ ਨਾਲ ਤੁਲਨਾ ਦਿੱਤੀ ਹੈ। ਸੈਨਾਪਤ ਕੀ ਅਬਦ ਖੜਾਨਨ। ਕਹਿੰਦੇ ਤੁਸੀਂ ਇੱਕ ਸੈਨਾਪਤੀ ਦੇ ਅੱਗੇ, ਜਿਵੇਂ ਸੈਨਾਪਤੀ ਹੁੰਦਾ ਉਹ ਪਿੱਛੇ ਸਾਰੀ ਫੌਜ ਨੂੰ ਬਚਾਉਣ ਵਾਲਾ ਹੁੰਦਾ ਹੈ, ਤੁਸੀਂ ਗੁਰਸਿੱਖਾਂ ਦੇ ਅੱਗੇ ਮੂਹਰੇ ਖੜ ਜਾਂਦੇ ਹੋ, ਬਚਾਉਣ ਵਾਲੇ ਹੋ। ਰਚਨਾ ਰਚਨਨ ਮਹਿ ਚਤੁਰਾਨਨ। ਕਿ ਤੁਸੀਂ ਰਚਨਾ ਰਚਨ ਦੇ ਅੰਦਰ, ਜਿਵੇਂ ਬ੍ਰਹਮਾ ਨੇ ਸੰਸਾਰ ਰਚਿਆ ਸੀਗਾ, ਸ਼ਿਵ ਜੀ ਨੇ ਸੰਘਾਰ ਕੀਤਾ, ਵਿਸ਼ਨੂੰ ਜੀ ਪਾਲਣਾ ਕਰਦੇ ਨੇ, ਬ੍ਰਹਮਾ ਰਚਨਹਾਰ ਮੰਨਿਆ ਗਿਆ। ਉਸੇ ਤਰ੍ਹਾਂ ਬ੍ਰਹਮ ਗਿਆਨੀ ਜਿਹੜਾ ਹੈ ਉਹ ਆਪ ਪਰਮੇਸ਼ਵਰ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਤੁਸੀਂ ਬ੍ਰਹਮ ਗਿਆਨੀ ਹੋ, ਤੁਸੀਂ ਰਚਨਹਾਰ ਹੋ। ਤਿਮ ਬੁੱਢਾ ਸਾਹਿਬ ਬ੍ਰਹਮ ਗਿਆਨੀ। ਤੁਸੀਂ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਹੋ। ਧਰਤੀ ਦੇ ਤੁਹਾਡੇ ਗੁਣ ਕਥੇ ਨਹੀਂ ਜਾ ਸਕਦੇ। ਸਿੱਖੀ ਕੇ ਆਧਾਰ ਗੁਣ ਖਾਨੀ। ਤੁਸੀਂ ਸਿੱਖੀ ਦੇ ਆਧਾਰ ਹੋ, ਸਿੱਖੀ ਦੀ ਹੱਦ ਹੋ। ਤੁਹਾਡੇ ਅੰਦਰ ਸਿੱਖੀ ਰੋਮ ਰੋਮ ਚ ਵਸੀ ਹੋਈ ਹੈ। ਤਿਨ ਕੋ ਸੁਜਸ ਕਹਾਂ ਲੋ ਕਹੀਆ। ਬਾਬਾ ਬੁੱਢਾ ਜੀ ਦਾ ਸੁਜਸ ਕਿੱਥੇ ਤੱਕ ਕਹੀਏ, ਰਸਨਾ ਤੋਂ ਕਥਨ ਤੋਂ ਪਰੇ ਹੈ। ਜੀਵਨ ਮੁਕਤ ਅਵਸਥਾ ਲਹੀਆ। ਬਾਬਾ ਬੁੱਢਾ ਜੀ ਤੁਸੀਂ ਜੀਵਨ ਮੁਕਤ ਹੋਏ ਹੋ। ਸੰਸਾਰ ਦੇ ਅੰਦਰੋਂ, ਗੁਰਸਿੱਖਾਂ ਦੇ ਅੰਦਰੋਂ ਤੁਹਾਡਾ ਸਭ ਤੋਂ ਮੋਹਰੀ ਨੰਬਰ ਹੈ। ਤਿਨ ਕੋ ਪੁੱਤਰ ਨਾਮ ਕਹਿ ਭਾਣਾ। ਉਹਨਾਂ ਦੇ ਪੁੱਤਰ ਦਾ ਨਾਮ ਸੀ ਬਾਬਾ ਭਾਨਾ ਜੀ। ਜਿਨ ਜਾਣਿਓ ਮੀਠੋ ਗੁਰ ਭਾਣਾ। ਜਿਨ੍ਹਾਂ ਨੇ ਗੁਰੂ ਦਾ ਭਾਣਾ ਹਮੇਸ਼ਾ ਮਿੱਠਾ ਕਰਕੇ ਮੰਨਿਆ, ਬਾਬਾ ਭਾਨਾ ਜੀ ਨੇ, ਜੋ ਬਾਬਾ ਬੁੱਢਾ ਜੀ ਦੇ ਪੁੱਤਰ ਨੇ। ਪਿਤਾ ਸਮਾਨ ਗਿਆਨ ਮਹਿ ਪੂਰਾ। ਉਹ ਵੀ ਆਪਣੇ ਪਿਤਾ ਜੀ ਦੀ ਤਰ੍ਹਾਂ ਗਿਆਨ ਦੇ ਅੰਦਰ ਪੂਰਨ ਸੀਗੇ ਬਾਬਾ ਭਾਨਾ ਜੀ। ਕਾਮਾਦਿਕ ਰਿਪ ਹਤੇ ਬਿਸੂਰਾ। ਉਹਨਾਂ ਨੇ ਵੱਡੇ ਵੱਡੇ ਸੂਰਮੇ, ਕਾਮ, ਅਤਿਆਦ, ਲੋਭ, ਮੋਹ, ਹੰਕਾਰ, ਉਹਨਾਂ ਨੂੰ ਵੱਡੇ ਵੱਡੇ ਸੂਰਮਿਆਂ ਨੂੰ ਕੇਸ ਤੋਂ ਪਕੜ ਕੇ ਪਛਾੜ ਦਿੱਤਾ ਹੈ ਤੇ ਵਿਕਾਰਾਂ ਦੇ ਉੱਤੇ ਜਿੱਤ ਪਾ ਲਈ ਹੈ। ਤਿਸ ਕੋ ਪੁੱਤਰ ਨਾਮ ਕਹਿ ਸ਼ਰਵਣ। ਉਹਨਾਂ ਦੇ ਹੁਣ ਪੁੱਤਰਾਂ ਦੇ ਨਾਮ ਸਰਵਣ ਕਰੋ। ਸ਼ਰਵਣ ਸੁਣਿਓ ਜਸ ਜਿਹ ਸਮ ਸ਼ਰਵਣ। ਕਹਿੰਦੇ ਜਿਨ੍ਹਾਂ ਦਾ ਜਸ ਸਰਵਣ ਕਰਨ ਦੇ ਨਾਲ, ਜਿਵੇਂ ਹੁਣ ਤੁਸੀਂ ਬਾਬਾ ਬੁੱਢਾ ਜੀ ਦਾ ਜਸ ਸਰਵਣ ਕਰ ਰਹੇ ਹੋ, ਉਹ ਜਸ ਸਰਵਣ ਕਰਨ ਦੇ ਨਾਲ, ਗੁਰਸਿੱਖਾਂ ਦਾ ਜਸ ਸੁਣਨ ਦੇ ਨਾਲ ਮਨ ਦੀ ਮੈਲ ਕੱਟੀ ਜਾਂਦੀ ਹੈ ਤੇ ਆਪਣੇ ਵੀ ਹਿਰਦੇ ਦੇ ਅੰਦਰ ਨਾਮ ਵਸਦਾ ਹੈ। ਸਤਿਗੁਰ ਸਿੱਖੀ ਕਹੋ ਵੱਡ ਭਾਰਾ। ਕਹਿੰਦੇ ਗੁਰੂ ਦੀ ਸਿੱਖੀ ਦੇ ਅੰਦਰ ਭਾਰੀ ਯੋਗਦਾਨ ਸੀਗਾ ਭਾਈ ਭਾਨਾ ਜੀ ਹੋਣਾ ਦਾ। ਸਰਬ ਸਹਾਰਿਓ ਭਾ ਜਗ ਭਾਰਾ। ਉਹ ਬ੍ਰਹਮ ਗਿਆਨੀ ਗੁਰੂ ਕੀ ਅੰਸ਼ ਬੰਸ਼ਾ ਨੇ ਜਗਤ ਦਾ ਭਾਰ ਚੁੱਕਿਆ ਹੋਇਆ ਸੀਗਾ। ਤਿਨ ਕੇ ਉਪਜਿਓ ਪੁੱਤਰ ਜਲਾਲ। ਕਹਿੰਦੇ ਉਹਨਾਂ ਦੇ ਭਾਈ ਭਾਨਾ ਜੀ ਦੇ ਘਰ ਪੁੱਤਰ ਦਾ ਨਾਮ ਹੋਇਆ ਭਾਈ ਜਲਾਲ ਜੀ, ਬਾਬਾ ਬੁੱਢਾ ਜੀ ਦੇ ਪੋਤਰੇ। ਗੁਰ ਭਗ ਪ੍ਰੇਮ ਰੰਗ ਝੜਲਾ। ਉਹਨਾਂ ਦੇ ਵੀ ਹਿਰਦੇ ਦੇ ਅੰਦਰ ਗੁਰੂ ਦੇ ਚਰਨਾਂ ਪ੍ਰਤੀ ਬਹੁਤ ਪ੍ਰੇਮ ਸੀ। ਬਹੁ ਸਿੱਖਿਅਨ ਕਹੋ ਗੁਰਮਤਿ ਦੀਨਸ। ਉਹਨਾਂ ਨੇ ਬਹੁਤ ਜੇ ਸਿੱਖਾਂ ਨੂੰ ਗੁਰਮਤਿ ਦਾ ਦਾਨ ਦਿੱਤਾ, ਨਾਮ ਦੀ ਬਖਸ਼ਿਸ਼ ਕੀਤੀ। ਮਿਲੇ ਪਹੁੰਚ ਨਰ ਮੁਕਤੀ ਕੀਨਸ। ਤੇ ਬਾਬਾ ਜਲਾਲ ਜੀ ਨੇ, ਭਾਈ ਜਲਾਲ ਜੀ ਨੇ ਵੀ ਬਹੁਤ ਗੁਰਸਿੱਖਾਂ ਨੂੰ ਮੁਕਤ ਕਰਾਇਆ।
ਤਿਸ ਕੋ ਪੁੱਤਰ ਨਾਮ ਕਹਿ ਝੰਡਾ। ਉਹਨਾਂ ਦੇ ਅੱਗੋਂ ਪੁੱਤਰ ਬਾਬਾ ਬੁੱਢਾ ਜੀ ਦੀ ਚੌਥੀ ਅੰਸ਼-ਵੰਸ਼ ਦਾ ਨਾਮ ਸੀ ਭਾਈ ਝੰਡਾ ਜੀ, ਜਿਸ ਕੋ ਜਸ ਜਾਹਰ ਜਿਮ ਝੰਡਾ। ਜਿਨ੍ਹਾਂ ਦਾ ਜਸ ਕਿਸ ਤਰ੍ਹਾਂ ਜਾਹਰ ਸੀਗਾ, ਜਿਸ ਤਰ੍ਹਾਂ ਨਿਸ਼ਾਨ ਸਾਹਿਬ ਗੁਰੂ ਘਰ ਦੇ ਬਾਹਰ ਝੂਲ ਰਿਹਾ ਹੈ, ਉਹਦਾ ਬਹੁਤ ਜਸ ਹੈ। ਨਿਸ਼ਾਨ ਸਾਹਿਬ ਦਾ ਮਤਲਬ ਹੈ ਵੀ ਗੁਰੂ ਘਰ ਦੇ ਅੰਦਰ ਪ੍ਰਸ਼ਾਦਾ ਵੀ ਮਿਲੇਗਾ, ਰਹਿਣ ਨੂੰ ਥਾਂ ਵੀ ਮਿਲੇਗੀ, ਤੇ ਗੁਰੂ ਘਰ ਦੇ ਅੰਦਰ ਮਨ ਦੀ ਖੁਰਾਕ ਆਧਿਆਤਮਕ ਭਜਨ ਵੀ ਮਿਲੇਗਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਸਿੱਖ ਬਾਬਾ ਬੁੱਢਾ ਜੀ ਦੀ ਚੌਥੀ ਅੰਸ਼-ਵੰਸ਼ ਭਾਈ ਝੰਡਾ ਜੀ ਸਨ। ਬ੍ਰਹਮਾਕਾਰ ਬ੍ਰਿਤ ਇਕ ਰਸ ਮੈਂ। ਉਹ ਉਹਨਾਂ ਦੀ ਬਿਰਤੀ ਵੀ ਭਾਈ ਝੰਡਾ ਜੀ ਦੀ ਬ੍ਰਹਮਾਕਾਰ ਬਿਰਤੀ ਸੀ। ਮਨ ਸਤਚਿਤ ਆਨੰਦ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਸੀ। ਜਿਸ ਕੇ ਨਹੀਂ ਅਨੇਕਤਾ ਦ੍ਰਿਸ਼ ਮੈਂ। ਉਹਨਾਂ ਦੇ ਹਿਰਦੇ ਦੇ ਅੰਦਰ ਅਨੇਕਤਾ ਨਹੀਂ ਸੀ, ਏਕਤਾ ਸੀਗੀ। ਇੱਕ ਓੰਕਾਰ ਦੇ ਨਾਲ ਲਿਵ ਜੁੜੀ ਹੋਈ ਸੀ ਗੁਰੂ ਦੀ ਕਿਰਪਾ ਦੇ ਨਾਲ। ਜਿਨ ਤੇ ਸੁਤ ਗੁਰ ਦਿੱਤਾ ਹੋਵਾ। ਇਹਨਾਂ ਦੇ ਜਿਹੜੇ ਅਗਲੀ ਅੰਸ਼-ਵੰਸ਼ ਬਾਬਾ ਬੁੱਢਾ ਜੀ ਦੇ ਪੜ ਪੋਤਰੇ ਉਹ ਕੌਣ ਸੀਗੇ? ਭਾਈ ਗੁਰਦਿੱਤਾ ਜੀ। ਸਭ ਤੋਂ ਪਹਿਲੇ ਬਾਬਾ ਬੁੱਢਾ ਜੀ, ਫਿਰ ਭਾਈ ਭਾਨਾ ਜੀ, ਭਾਈ ਜਲਾਲ ਜੀ, ਭਾਈ ਝੰਡਾ ਜੀ, ਤੇ ਉਹਨਾਂ ਦੇ ਅੱਗੋਂ ਪੁੱਤਰ ਬਾਬਾ ਗੁਰਦਿੱਤਾ ਜੀ। ਗੁਰਸਿੱਖੀ ਜਿਨ ਮਾਰਗ ਜੋਵਾ। ਜਿਨ੍ਹਾਂ ਨੇ ਗੁਰਸਿੱਖੀ ਦਾ ਮਾਰਗ ਦ੍ਰਿੜ ਕੀਤਾ। ਅੰਤ ਸਮੈ ਪਦ ਪਰਮ ਪਹੁੰਚਾ। ਅੰਤਲੇ ਵੇਲੇ ਪ੍ਰਮਾਤਮਾ ਦੇ ਸ਼ਬਦ ਦੇ ਅੰਦਰ ਲੀਨ ਹੋਏ, ਆਪਣੇ ਸਰੀਰ ਨੂੰ ਪੰਜਾਂ ਤੱਤਾਂ 'ਚ ਮਿਲਾ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਅੰਦਰ ਲੀਨ ਹੋ ਗਏ। ਬ੍ਰਹਮ ਗਿਆਨ ਮਹਿ ਜਿਸ ਮਨ ਰੂਚਾ। ਤੇ ਬਾਬਾ ਗੁਰਦਿੱਤਾ ਜੀ ਵੀ ਬ੍ਰਹਮ ਗਿਆਨ ਦੇ ਅੰਦਰ ਹਿਰਦੇ ਵਿੱਚ ਦ੍ਰਿੜ ਸੀਗਾ, ਤੇ ਸਾਰੀ ਸ੍ਰਿਸ਼ਟੀ ਦੇ ਉਹਨਾਂ ਨੂੰ ਅੰਤਰਯਾਮਤਾ ਸੀ। ਰਾਮ ਕੋਇਰ ਉਪਜਿਓ ਤੇ ਆਨੰਦ। ਉਪਰੰਤ ਫੇਰ ਉਹਨਾਂ ਦੇ ਘਰ ਬਾਬਾ ਗੁਰਦਿੱਤਾ ਜੀ ਦੇ ਬਾਬਾ ਰਾਮ ਕੋਇਰ ਜੀ ਉਪਜੇ ਨੇ, ਜਿਹੜੇ ਬਾਬਾ ਬੁੱਢਾ ਜੀ ਦੀ 6ਵੀਂ ਅੰਸ਼-ਵੰਸ਼ ਨੇ, ਜਿਹੜੇ ਅੱਗੇ ਗੁਰੂ ਇਤਿਹਾਸ ਲਿਖਵਾਉਣਗੇ। ਉਹਨਾਂ ਨੇ ਗੁਰੂ ਇਤਿਹਾਸ ਲਿਖਵਾ ਕੇ ਅੱਗੇ ਕਿੱਦਾਂ ਪ੍ਰਚਾਰ ਕੀਤਾ, ਹੁਣ ਗੁਰੂ ਅੰਗਦ ਦੇਵ ਜੀ ਦਾ ਇਤਿਹਾਸ ਸੁਣਾਉਣਗੇ। ਉਹ ਕਥਾ ਅਸੀਂ ਕੱਲ ਦੇ ਪ੍ਰਸੰਗਾਂ 'ਚ ਸਰਵਣ ਕਰਾਂਗੇ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। हे गोबिंद हे गोपाल हे दयाल लाल, प्राणनाथ ना सखे दीन दर्द निवार। हे समर्थ अगम पूर्ण मोहे मया तार, अंधकूप महाभयान ਨਾਨਕ ਪਾਰਿ ਉਤਾਰ। आए प्रभ शरणागति कृपा निध दयाल। एक अखर हर मन बसत नानक होत निहाल। फाही काटे मिटे गमन फतेह पई मन जीत। नानक गुर ते थित पाई फिर न मिटे नित नीत। वाहिगुरु जी का खालसा वाहिगुरु जी की फतेह।